60 ਲੱਖ ਪੰਜਾਬੀ ਕੁਆਰੇ ਮੁੰਡੇ। ਡਾਕਟਰ ਹਰਸ਼ਿੰਦਰ ਕੌਰ MD ਪਟਿਆਲਾ। ਗੱਲ 4 ਕੁ ਸਾਲ ਪੁਰਾਣੀ ਹੈ। ਮੇਰੀ ਡਿਊਟੀ ਤੇ ਇੱਕ ਬਹੁਤ ਹੀ ਪਿਆਰੀ 6 ਕੁ ਸਾਲ ਦੀ ਬੱਚੀ ਨੂੰ ਉਸ ਦੀ ਮਾਂ ਹਸਪਤਾਲ ਲੈ ਕੇ ਆਈ ਕਿ ਇਸ ਨੇ ਗਲਤੀ ਨਾਲ ਜ਼ਹਿਰ ਪੀ ਲਿਆ ਹੈ। ਜ਼ਹਿਰ ਪੀਣ ਤੋਂ 9 ਘੰਟੇ ਬਾਅਦ ਬੱਚੀ ਹਸਪਤਾਲ ਲਿਆਂਦੀ ਗਈ ਸੀ। ਬੱਚੀ ਦਾ ਹਾਲ ਬਹੁਤ ਮਾੜਾ ਸੀ ਤੇ ਜ਼ਹਿਰ ਪੂਰੇ ਸਰੀਰ ਤੇ ਆਪਣਾ ਅਸਰ ਦਿਖਾ ਚੁੱਕਿਆ ਸੀ। 7-8 ਘੰਟੇ ਪੂਰਾ ਜ਼ੋਰ ਲਾਉਣ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਜਦੋਂ ਬੱਚੀ ਅਜੇ ਮਰਨ ਕਿਨਾਰੇ ਸੀ ਤਾਂ ਮੈਂ ਬੱਚੀ ਦੀ ਮਾਂ ਨੂੰ ਪਰੇ ਲਿਜਾ ਕੇ ਕਿਹਾ ਕਿ ਮੈਂ ਪੁਲਿਸ ਬੁਲਾਉਣ ਲੱਗੀ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ 6 ਵਰ੍ਹਿਆਂ ਦੀ ਬੱਚੀ ਆਪਣੇ ਆਪ ਇੰਨਾ ਸਾਰਾ ਕੌੜਾ ਜ਼ਹਿਰ ਪੀ ਨਹੀਂ ਸਕਦੀ ਤੇ ਉਸ ਦਾ ਇਲਾਜ ਵੀ ਜਾਣ ਬੁੱਝ ਕੇ ਤੂੰ ਲੇਟ ਸ਼ੁਰੂ ਕਰਵਾਇਆ ਹੈ ਕਿ ਇਹ ਬਚ ਨਾ ਸਕੇ। ਮੈਂ ਉਸ ਨੂੰ ਇਹ ਵੀ ਕਿਹਾ ਕਿ ਜੇ ਉਹ ਸੱਚ ਦੱਸ ਦੇਵੇ ਤਾਂ ਮੈਂ ਪੁਲਿਸ ਨਹੀਂ ਸੱਦਣ ਲੱਗੀ। ਉਹ ਔਰਤ ਮੇਰੇ ਡਰਾਵੇ ਕਾਰਨ ਫਿਸ ਪਈ ਤੇ ਕਹਿਣ ਲੱਗੀ, ਜੇ ਮੇਰੀ ਥਾਂ ਤੇ ਤੁਸੀਂ ਹੁੰਦੇ ਤਾਂ ਤੁਸੀਂ ਵੀ ਇਹੀ ਕਰਦੇ। ਕਿਉਂ, ਕੀ ਹੋਇਆ? ਮਾਂ ਤਾਂ ਕਦੇ ਡੈਣ ਨਹੀਂ ਬਣ ਸਕਦੀ ਕਿ ਆਪਣੀ ਹੀ ਮਾਸੂਮ ਧੀ ਨੂੰ ਜ਼ਹਿਰ ਦੇ ਦੇਵੇ। ਮੈਂ ਵੀ ਗੁੱਸੇ ਵਿੱਚ ਬੋਲ ਪਈ। ਉਸ ਤੋਂ ਪਹਿਲਾਂ ਕਿ ਮੈਂ ਆਪਣੇ ਸਹਾਇਕ ਡਾਕਟਰ ਨੂੰ ਪੁਲਿਸ ਨੂੰ ਫੋਨ ਕਰਨ ਲਈ ਕਹਿੰਦੀ, ਉਹ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਤੇ ਕਹਿਣ ਲੱਗੀ, ਮੇਰੀ ਵੱਡੀ ਕੁੜੀ 12 ਸਾਲ ਦੀ ਸੀ, ਬਹੁਤ ਜ਼ਿਆਦਾ ਸੋਹਣੀ ਸੀ। ਇੱਕ ਪੁਲਿਸ ਵਾਲੇ ਨੇ ਸਾਡੇ ਨੱਕ ਵਿੱਚ ਦਮ ਕਰ ਦਿੱਤਾ ਤੇ ਉਹਨੂੰ ਫੜ ਕੇ ਲੈ ਗਿਆ। 20 ਦਿਨ ਤੱਕ ਸਾਨੂੰ ਉਸ ਦੀ ਕੋਈ ਖੋਜ ਖਬਰ ਨਹੀਂ ਮਿਲੀ। ਦਰ-ਦਰ ਧੱਕੇ ਖਾਂਦੇ ਰਹੇ। ਫਿਰ ਸਾਨੂੰ ਖਬਰ ਮਿਲੀ ਕਿ ਉਹ ਬੰਬਈ ਵਿੱਚ ਕਿਸੇ ਥਾਂ ਹੈ। ਜਾ ਕੇ ਉਸ ਨੂੰ ਲੱਭਿਆ ਤਾਂ ਉਸ ਦੀ ਹਾਲਤ ਵੇਖ ਕੇ ਮੈਂ ਕੰਬ ਗਈ। ਵਿਚਾਰੀ ਫੁੱਲ ਜਿਹੀ ਬੱਚੀ ਵਲੂੰਦਰੀ ਪਈ ਸੀ। ਵਹਿਸ਼ੀ ਜਾਨਵਰਾਂ ਨੇ ਉਸ ਦੇ ਜਿਸਮ ਨੂੰ ਨੋਚ ਸੁੱਟਿਆ ਸੀ। ਅਸੀਂ ਉਸ ਜਿਉਂਦੀ ਲਾਸ਼ ਨੂੰ ਚੁੱਕ ਲਿਆਏ, ਜਿਹੜੀ ਪੱਤਾ ਡਿੱਗਣ ਤੇ ਵੀ ਤਰਹਿੰਦੀ ਸੀ। ਉਹ ਮਾਨਸਿਕ ਰੋਗੀ ਬਣ ਕੇ ਰਹਿ ਗਈ ਸੀ। ਸ਼ਿਕਾਇਤ ਕਰਨ ਗਏ ਤਾਂ ਦੂਜੀ ਕੁੜੀ ਨੂੰ ਚੁੱਕਣ ਦੀਆਂ ਧਮਕੀਆਂ ਮਿਲਣ ਲੱਗ ਪਈਆਂ। ਮੇਰੀ ਪਹਿਲੀ ਕੁੜੀ ਨੇ ਤਾਂ ਰਾਤ ਦੇ ਹਨੇਰੇ ਵਿੱਚ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹੁਣ ਪੁਲਿਸ ਵਾਲੇ ਦੀਆਂ ਧਮਕੀਆਂ ਤੋਂ ਡਰਦੀ ਮੈਂ ਕਿੰਨੀ ਦੇਰ ਆਪਣੀ ਇਸ ਛੋਟੀ ਬੱਚੀ ਨੂੰ ਲੁਕਾਉਂਦੀ ਫਿਰਦੀ। ਇਸ ਨੂੰ ਉਸ ਤਰ੍ਹਾਂ ਦੇ ਨਰਕ ਭੋਗਣ ਨਾਲੋਂ ਇਸ ਤਰ੍ਹਾਂ ਹੀ ਗਰੀਬੀ ਤੇ ਲਾਚਾਰੀ ਤੋਂ ਛੁਟਕਾਰਾ ਮਿਲ ਜਾਵੇ ਤਾਂ ਬਿਹਤਰ ਹੈ। ਰੱਬ ਜੇ ਗਰੀਬੀ ਦਿੰਦਾ ਹੈ ਤਾਂ ਸੁਹੱਪਣ ਕਦੇ ਨਾ ਦੇਵੇ, ਬਲਕਿ ਗਰੀਬ ਦੇ ਘਰ ਤਾਂ ਕੁੜੀ ਹੀ ਨਾ ਦੇਵੇ। ਮੈਨੂੰ ਦੱਸੋ ਡਾਕਟਰਨੀ ਜੀ, ਮੇਰੇ ਕੋਲ ਕਿਹੜਾ ਚਾਰਾ ਬਚਿਆ ਹੈ? ਮੈਨੂੰ ਕਿਤੋਂ ਇਨਸਾਫ ਨਹੀਂ ਮਿਲਿਆ। ਤੁਸੀਂ ਇਸ ਨੂੰ ਨਾ ਬਚਾਓ। ਇਹ ਰੱਬ ਦੀ ਅਮਾਨਤ, ਉਸੇ ਨੂੰ ਵਾਪਸ ਲੈ ਜਾਣ ਦਿਓ। ਮੈਂ ਇਸੇ ਲਈ ਜ਼ਿੰਦਾ ਬੈਠੀ ਹਾਂ ਕਿ ਕਿਤੇ ਇਹ ਬਚ ਨਾ ਜਾਵੇ। ਇਹਦੇ ਮਰਦੇ ਸਾਰ ਮੈਂ ਵੀ ਹੋਰ ਨਹੀਂ ਜੀਣਾ। ਉਸ ਨੇ ਅਜੇ ਇੰਨਾ ਕੁ ਹੀ ਦੱਸਿਆ ਸੀ ਕਿ ਨਰਸ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਕਿ ਬੱਚੀ ਮਰ ਗਈ ਹੈ। ਉਹ ਮਾਂ ਤਾਂ ਰੋਂਦੀ ਕੁਰਲਾਉਂਦੀ ਆਪਣੀ ਬੱਚੀ ਨੂੰ ਚੁੱਕ ਕੇ ਤੁਰ ਪਈ ਤੇ ਮੇਰਾ ਮਨ ਇਹ ਫੈਸਲਾ ਹੀ ਕਰਦਾ ਰਹਿ ਗਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਨੂੰ ਆਪਣਾ ਆਪ ਬਹੁਤ ਛੋਟਾ ਜਿਹਾ ਭਾਸਿਆ। ਲਾਚਾਰੀ ਤੇ ਗੁੱਸੇ ਦੇ ਮੇਲ ਜੋਲ ਨੇ ਕਈ ਦਿਨ ਮੇਰੇ ਦਿਮਾਗ ਨੂੰ ਆਪਣੇ ਵੱਸ ਕੀਤੀ ਰੱਖਿਆ। ਸਿੱਖਿਆ ਇਹ ਦਿੱਤੀ ਜਾਂਦੀ ਹੈ ਕਿ ਇੰਨਾ ਵਧੀਆ ਇਨਸਾਨ ਬਣਨਾ ਚਾਹੀਦਾ ਹੈ ਕਿ ਸਾਡੇ ਦਰਦ ਕਰਕੇ ਕਿਸੇ ਹੋਰ ਦੀਆਂ ਅੱਖਾਂ ਵਿੱਚ ਹੰਝੂ ਆ ਜਾਣ, ਨਾ ਕਿ ਅਸੀਂ ਕਿਸੇ ਨੂੰ ਦਰਦ ਦੇ ਕੇ ਉਸ ਦੇ ਹੰਝੂਆਂ ਦਾ ਕਾਰਨ ਬਣੀਏ। ਇਹ ਕਤਲ ਤਾਂ ਇਸ ਸਿੱਖਿਆ ਦੇ ਪਰਖਜੇ ਉਡਾ ਰਿਹਾ ਸੀ। ਅੱਜ ਵੀ ਜਦੋਂ ਮੈਂ ਕੁੜੀਆਂ ਨਾ ਮਾਰਨ ਦਾ ਹੋਕਾ ਦਿੰਦੀ ਹਾਂ ਤਾਂ ਉਸ ਮਾਂ ਦੀ ਕਹੀ ਗੱਲ ਮੇਰੇ ਦਿਮਾਗ ਅੰਦਰ ਜ਼ਰੂਰ ਵੱਜਦੀ ਹੈ ਕਿ ਗਰੀਬਾਂ ਘਰ ਕੁੜੀਆਂ ਨਾ ਹੀ ਹੋਣ ਤਾਂ ਚੰਗਾ ਹੈ। ਅਜਿਹਾ ਜ਼ੁਲਮ ਵੇਖ ਕੇ ਜ਼ੁਲਮ ਦੇ ਖਿਲਾਫ ਆਵਾਜ਼ ਨਾ ਚੁੱਕਣੀ ਬਹੁਤ ਵੱਡਾ ਜੁਰਮ ਹੈ। ਯਕੀਨ ਨਹੀਂ ਹੁੰਦਾ ਕਿ ਇਹ ਉਹੀ ਪੰਜਾਬ ਦੀ ਧਰਤੀ ਹੈ ਜਿੱਥੋਂ ਦੀ ਸ਼ਹਾਦਤ ਦੀ ਮਿਸਾਲ ਦੁਨੀਆ ਭਰ ਵਿੱਚ ਕਿਤੇ ਨਹੀਂ ਮਿਲਦੀ। ਕਿਸੇ ਵੀ ਧਰਮ ਵਿੱਚ ਦੂਸਰੇ ਧਰਮ ਦੇ ਲੋਕਾਂ ਦੀ ਰੱਖਿਆ ਕਰਨ ਵਾਲੇ ਕਿਸੇ ਗੁਰੂ ਨੇ ਆਪਣੀ ਜਾਨ ਨਹੀਂ ਵਾਰੀ, ਪਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਵਾਸਤੇ ਜਾਨ ਵਾਰ ਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਇੱਕ ਕੌਮ ਦੀ ਪੱਕੀ ਨੀਂਹ ਧਰ ਦਿੱਤੀ ਗਈ ਹੈ। ਇਹ ਕੌਮ ਜਿਸ ਦਾ ਪੂਰੀ ਦੁਨੀਆ ਵਿੱਚ ਡੰਕਾ ਵੱਜਦਾ ਹੈ। ਗਿਣਤੀ ਵਿੱਚ ਸਿਰਫ ਆਟੇ ਵਿੱਚ ਲੂਣ ਬਰਾਬਰ ਹਨ। ਜਾਨੀ ਸਮੁੱਚੇ ਮਨੁੱਖੀ ਜਾਮੇ ਵਿੱਚ ਘੁੰਮ ਰਿਆਂ ਵਿੱਚੋਂ ਸਿਰਫ 1.9% ਦਰਅਸਲ
ਇਹ ਚਮਤਕਾਰ ਹੋਇਆ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲੀ ਗੁਰਤੀ ਕਾਰਨ, ਜਿਨ੍ਹਾਂ ਨੇ ਇਸ ਕੌਮ ਨੂੰ ਆਪਣੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ। ਇਸ ਪੁੱਤਰ ਸ਼ਬਦ ਦੇ ਨਾਲ ਉਹਨਾਂ ਇਸ ਕੌਮ ਦੇ ਬੰਦਿਆਂ ਵਿੱਚ ਕੀ ਵੇਖਣਾ ਚਾਹਿਆ ਸੀ? ਜੇ ਗੌ ਨਾਲ ਤੱਕੀਏ ਤਾਂ ਉਹਨਾਂ ਨੇ ਆਪਣੇ ਪੁੱਤਰਾਂ ਦੇ ਨਾਮ ਰੱਖੇ ਸਨ। ਸਾਹਿਬਜ਼ਾਦਾ ਅਜੀਤ ਸਿੰਘ, ਉਹ ਸ਼ੇਰ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ। ਸਾਹਿਬਜ਼ਾਦਾ ਜੁਝਾਰ ਸਿੰਘ, ਉਹ ਸ਼ੇਰ ਜਿਹੜਾ ਡਟ ਕੇ ਲੜਦਾ ਤੇ ਡਰ ਕੇ ਨਹੀਂ ਭੱਜਦਾ। ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਜ਼ੋਰ ਵਾਲਾ ਤੇ ਤਗੜਾ ਸ਼ੇਰ। ਸਾਹਿਬਜ਼ਾਦਾ ਫਤਿਹ ਸਿੰਘ, ਉਹ ਸ਼ੇਰ ਜਿਹੜਾ ਜਿੱਤਦਾ ਹੀ ਰਹੇ ਤੇ ਕਿਸੇ ਤੋਂ ਨਾ ਹਾਰੇ। ਗੁਰੂ ਸਾਹਿਬ ਨੇ ਆਪਣੇ ਲਾਲਾਂ ਨੂੰ ਸ਼ੇਰ ਬਣਾਉਣ ਵਾਸਤੇ ਪਹਿਲਾਂ ਊੜਾ ਐੜਾ ਸਿਖਾਇਆ, ਫਿਰ ਪਾਠ ਯਾਦ ਕਰਾਇਆ, ਫਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨਾ ਸਿਖਾਇਆ, ਫਿਰ ਦਸਤਾਰ ਬੰਨ੍ਹਣੀ ਸਿਖਾਈ ਤੇ ਅੰਤ ਵਿੱਚ ਤੀਰ ਤਲਵਾਰ ਤੇ ਬੰਦੂਕ ਚਲਾਉਣ ਦੀ ਜਾਚ ਸਿਖਾਈ। ਇਸ ਤਰ੍ਹਾਂ ਸਾਰੇ ਸਾਹਿਬਜ਼ਾਦੇ ਛੋਟੀ ਉਮਰ ਵਿੱਚ ਹੀ ਵੈਰੀਆਂ ਤੋਂ ਆਪਣਾ ਆਪ ਤਾਂ ਬਚਾਓ ਕਰਨ ਜੋਗੇ ਬਣ ਹੀ ਗਏ, ਪਰ ਦੂਜਿਆਂ ਵਾਸਤੇ ਜਾਨ ਵਾਰਨੀ ਵੀ ਸਿੱਖ ਗਏ। ਰਤਾ ਸੋਚ ਕੇ ਵੇਖੀਏ ਕਿ ਜੇ ਗੁਰੂ ਸਾਹਿਬ ਆਪਣਾ ਪੁੱਤਰ ਮੋਹ ਪਾਲਦੇ ਤੇ ਆਪਣੀ ਕੌਮ ਨਾਲੋਂ ਆਪਣੇ ਟੱਬਰ ਨੂੰ ਜ਼ਿਆਦਾ ਤਰਜੀਹ ਦਿੰਦੇ ਤਾਂ ਉਹਨਾਂ ਦੇ ਫੁੱਲਾਂ ਵਰਗੇ ਲਾਲਾਂ ਦੇ ਵਿਆਹ ਤੇ ਸਾਰੇ ਆਨੰਦਪੁਰ ਸਾਹਿਬ ਵਿੱਚ ਭੰਗੜੇ ਪੈਂਦੇ। ਪਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਲਾੜਿਆਂ ਦੀ ਤਰ੍ਹਾਂ ਸਜਾ ਕੇ ਆਪਣੇ ਫੁੱਲਾਂ ਵਰਗੇ ਸੋਹਣੇ ਸੁਨੱਖੇ ਪੁੱਤਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜ ਦਿੱਤੇ ਅਤੇ ਚਮਕੌਰ ਸਾਹਿਬ ਦੀ ਧਰਤੀ ਉਹਨਾਂ ਦੀ ਸ਼ਹਾਦਤ ਨਾਲ ਲਾਲ ਹੋ ਗਈ, ਤਾਂ ਜੋ ਇਸ ਧਰਤੀ ਵਿੱਚੋਂ ਹੋਰ ਸ਼ੇਰ ਪੈਦਾ ਹੋ ਸਕਣ। ਜਿਸ ਕੌਮ ਨੂੰ ਆਪਣਾ ਪੁੱਤਰ ਮੰਨ ਕੇ ਅਤੇ ਇੱਕ ਨੂੰ 1.25 ਲੱਖ ਦੇ ਬਰਾਬਰ ਦਾ ਦਰਜਾ ਦੇ ਕੇ ਗੁਰੂ ਸਾਹਿਬ ਨੇ ਆਪਣਾ ਸਾਰਾ ਟੱਬਰ ਪੁੱਤਰਾਂ ਸਮੇਤ ਵਾਰਿਆ ਅਤੇ ਆਪਾ ਵਾਰਿਆ, ਉਸੇ ਕੌਮ ਨੇ ਅੱਜ ਆਪਣਾ ਖਾਤਮਾ ਆਪ ਕਰਨ ਵੱਲ ਕਦਮ ਪੁੱਟ ਲਏ ਹਨ। ਅਸੀਂ ਨਿਰਮੋਹੇ ਅੱਜ ਵੀ ਉਸੇ ਦੇ ਦਰਬਾਰ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਸਾਡਾ ਜਵਾਨ ਪੁੱਤਰ ਨਾ ਮਾਰੀ, ਕਿਉਂਕਿ ਜਵਾਨ ਪੁੱਤਰ ਦੀ ਮੌਤ ਮਾਪਿਆਂ ਤੋਂ ਝੱਲੀ ਨਹੀਂ ਜਾਂਦੀ। ਸਰਬੰਸ ਵਾਰਨ ਵਾਲੇ ਗੁਰੂ ਸਾਹਿਬ ਤੋਂ ਗੁੜਤੀ ਲੈ ਕੇ ਉਪਜੀ ਕੌਮ ਆਪਣੇ ਅੰਦਰ ਕਿਸ ਤਰ੍ਹਾਂ ਦੇ ਲਹੂ ਦੇ ਉਬਾਲ ਨੂੰ ਜਨਮ ਦੇ ਰਹੀ ਹੈ। ਸ਼ੇਰਾਂ ਨੂੰ ਜਨਮ ਦੇਣ ਵਾਲੀਆਂ ਕੁੱਖਾਂ ਖਤਮ ਕਰਕੇ ਇਹ ਕੌਮ ਇਸ ਵੇਲੇ ਦੁਨੀਆ ਭਰ ਵਿੱਚ ਕੁੜੀ ਮਾਰਾਂ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ ਹੈ। ਫਿਰੰਗੀਆਂ ਨੇ ਸਮੂਹ ਪੰਜਾਬੀਆਂ ਦੇ ਮੂੰਹ ਤੇ ਇਹ ਕਹਿ ਕੇ ਚਪੇੜ ਮਾਰ ਦਿੱਤੀ ਹੈ ਕਿ ਭਰੂਣ ਹੱਤਿਆਵਾਂ ਵਿੱਚ ਦੁਨੀਆ ਭਰ ਵਿੱਚ ਮੋਹਰੀ ਰਹਿਣ ਕਰਕੇ ਇਸ ਵੇਲੇ 20% ਪੰਜਾਬੀ ਮੁੰਡੇ ਕੁਆਰੇ ਰਹਿ ਰਹੇ ਹਨ, ਕਿਉਂਕਿ 10.5 ਲੱਖ ਕੁੜੀਆਂ ਹਰ ਸਾਲ ਹਿੰਦੁਸਤਾਨ ਵਿੱਚ ਲਗਾਤਾਰ ਮਾਰੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਪੰਜਾਬੀ ਮੋਹਰੀ ਹਨ। ਇਹ ਸਾਬਤ ਹੋ ਚੁੱਕਿਆ ਹੈ ਕਿ ਅਗਲੇ 20 ਸਾਲਾਂ ਬਾਅਦ 60 ਲੱਖ ਪੰਜਾਬੀ ਮੁੰਡੇ ਕੁਆਰੇ ਰਹਿ ਜਾਣਗੇ। ਅੱਜ ਦੇ ਦਿਨ ਹਿੰਦੁਸਤਾਨੀ ਔਰਤਾਂ ਦੀ ਗਿਣਤੀ 10% ਘਟ ਗਈ ਹੈ। ਇਸ ਦਾ ਅਰਥ ਹੈ ਲਗਭਗ 2.5 ਕਰੋੜ ਔਰਤਾਂ ਘਟ ਚੁੱਕੀਆਂ ਹਨ ਤੇ ਇਹਨਾਂ ਵਿੱਚ ਸਭ ਤੋਂ ਵੱਧ ਅਸਰ ਹੋਇਆ ਹੈ ਪੰਜਾਬਣਾਂ ਦੀ ਗਿਣਤੀ ਤੇ। ਇੰਨੀ ਜ਼ਿਆਦਾ ਮਾਤਰਾ ਵਿੱਚ ਕੁਆਰੇ ਮੁੰਡੇ ਹੋਣ ਕਾਰਨ ਔਰਤਾਂ ਉੱਤੇ ਹੁੰਦੇ ਜ਼ੁਲਮ ਵੱਡੀ ਪੱਧਰ ਤੇ ਵਧਣਗੇ। ਜਿਸਮਾਨੀ ਸ਼ੋਸ਼ਣ ਤਾਂ ਵਧੇਗਾ ਹੀ, ਪਰ ਨੂੰਹਾਂ ਖਰੀਦਣ ਦਾ ਰੁਝਾਨ ਵੀ ਬਹੁਤ ਵੱਧ ਜਾਵੇਗਾ। ਇੰਨਾ ਵੱਡਾ ਮਸਲਾ ਸਿਰਫ ਨੂੰਹਾਂ ਬਾਹਰੋਂ ਲਿਆ ਕੇ ਹੱਲ ਨਹੀਂ ਹੋਣ ਲੱਗਾ। ਇਸ ਤਰ੍ਹਾਂ ਵੱਡੀ ਪੱਧਰ ਤੇ ਦੂਸਰੇ ਰਾਜਾਂ ਵਿੱਚੋਂ ਆਈਆਂ ਨੂੰਹਾਂ ਆਪਣੀ ਸੱਭਿਅਤਾ ਨਾਲ ਲੈ ਕੇ ਆਉਣਗੀਆਂ ਤੇ ਪੰਜਾਬੀ ਸੱਭਿਆਚਾਰ ਦਾ ਨਾਸ ਆਪੇ ਹੀ ਵੱਜ ਜਾਣਾ ਹੈ। ਜਿੱਥੋਂ ਤੱਕ ਸ਼ੇਰਾਂ ਦੇ ਪੈਦਾ ਹੋਣ ਦਾ ਸਵਾਲ ਹੈ, ਉਹ ਸਿਰਫ ਸ਼ੇਰਨੀਆਂ ਦੇ ਕੁੱਖੋਂ ਹੀ ਪੈਦਾ ਹੁੰਦੇ ਹਨ। ਅੱਜ ਦੇ ਦਿਨ 20,000 ਮਾਵਾਂ ਹਰ ਸਾਲ ਮਾਦਾ ਭਰੂਣ ਹੱਤਿਆ ਕਰਵਾਉਣ ਵੇਲੇ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਜੇ ਇਸੇ ਤਰ੍ਹਾਂ ਇਸ ਗਿਣਤੀ ਵਿੱਚ ਵਾਧਾ ਹੁੰਦਾ ਰਿਹਾ ਤਾਂ ਸ਼ੇਰਨੀਆਂ ਦਾ ਅੰਤ ਬਹੁਤ ਦੂਰ ਨਹੀਂ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪਤਾ ਹੁੰਦਾ ਕਿ ਜਿਸ ਕੌਮ ਪਿੱਛੇ ਉਹ ਆਪਣੇ ਪੁੱਤਰ ਸ਼ਹੀਦ ਕਰਵਾ ਰਹੇ ਹਨ, ਉਹੀ ਕੌਮ ਪੁੱਤਰ ਮੋਹ ਪਿੱਛੇ ਇੰਨੀ ਜਲਦੀ ਆਪਣੀਆਂ ਜੜ੍ਹਾਂ ਵੱਢ ਛੱਡੇਗੀ, ਤਾਂ ਸ਼ਾਇਦ ਅੱਜ ਇਤਿਹਾਸ ਕੁਝ ਹੋਰ ਹੁੰਦਾ। ਮਜ਼ਲੂਮਾਂ ਦੀ ਰੱਖਿਆ ਦੀ ਬਜਾਏ ਬੇਕਸੂਰ ਬਾਲੜੀਆਂ ਦਾ ਕਤਲ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਧੀਆਂ ਮਾਰ ਕੇ ਜਦੋਂ ਪੁੱਤਰ ਦੀ ਦਾਤ ਮੰਗਣ ਧਰਮ ਅਸਥਾਨਾਂ ਤੇ ਮੱਥੇ ਰਗੜਨ ਕੋਈ ਜਾਂਦਾ ਹੈ, ਤਾਂ ਉਹ ਇਹ ਭੁੱਲ ਜਾਂਦਾ ਹੈ ਕਿ ਉਸੇ ਦੀ ਦਿੱਤੀ ਦਾਤ ਨੂੰ ਉਸ ਦੇ ਕਬੂਲਣ ਤੋਂ ਇਨਕਾਰ ਕੀਤਾ ਹੈ।
ਗੁਰੂ ਸਾਹਿਬ ਦੀ ਸਿੱਖਿਆ ਤੋਂ ਬੇਮੁਖ ਹੋ ਕੇ ਅਸੀਂ ਬੇਦਾਵਾ ਲਿਖੀ ਬੈਠੇ ਹਾਂ। ਜੇ ਮਾਈ ਭਾਗੋ ਨੂੰ ਜਨਮ ਹੀ ਨਾ ਲੈਣ ਦਿੱਤਾ ਗਿਆ ਤਾਂ ਕੀ ਹੋਵੇਗਾ? ਸਾਡੀਆਂ ਗਲਤੀਆਂ ਕੌਣ ਬਖਸ਼ਾਵੇਗਾ? ਹੁਣ ਵੇਲਾ ਹੈ ਪੰਜਾਬ ਦੀਆਂ ਧੀਆਂ ਨੂੰ ਅਗਾਂਹ ਲਿਆਉਣ ਦਾ। ਹਰ ਪਿੰਡ ਤੇ ਸ਼ਹਿਰ ਵਿੱਚ ਅਜਿਹੇ ਮਾਪੇ ਹਨ ਜਿਹੜੇ ਹਾਲੇ ਵੀ ਆਪਣੀਆਂ ਧੀਆਂ ਤੇ ਫਖਰ ਕਰਦੇ ਹਨ। ਸਰਕਾਰ ਅਤੇ ਮੀਡੀਆ ਨੂੰ ਚਾਹੀਦਾ ਹੈ ਕਿ ਅਜਿਹੇ ਮਾਪੇ ਅਤੇ ਉਹਨਾਂ ਦੀਆਂ ਧੀਆਂ ਨੂੰ ਸਾਰੇ ਸਮਾਜ ਅੱਗੇ ਉਜਾਗਰ ਕਰਨ, ਤਾਂ ਜੋ ਪੰਜਾਬੀਆਂ ਦੇ ਦਿਲਾਂ ਵਿੱਚ ਧੀਆਂ ਵਾਸਤੇ ਕਦਰ ਜਾਗੇ ਕਿ ਇਹ ਵੀ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ ਤੇ ਇਹੀ ਤੁਰਾ ਹਨ ਕਿਸੇ ਵੀ ਕੌਮ ਨੂੰ ਅਗਾਂਹ ਲਿਜਾਉਣ ਲਈ। ਇਹ ਤਾਂ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਘੱਟੋ ਘੱਟ ਪੰਜਾਬ ਅੰਦਰ ਕਿਸੇ ਮਾਂ ਨੂੰ ਜਾਬਰ ਤੋਂ ਬਚਾਉਣ ਲਈ ਆਪਣੀ ਧੀ ਕਤਲ ਨਾ ਕਰਨੀ ਪਵੇ। ਔਰਤਾਂ ਉੱਤੇ ਹੁੰਦੇ ਜ਼ੁਲਮ ਤਾਂ ਹੀ ਘਟ ਸਕਦੇ ਹਨ ਜੇ ਇਹਨਾਂ ਨੂੰ ਕੌਮ ਦਾ ਸਰਮਾਇਆ ਸਮਝ ਲਿਆ ਜਾਵੇ ਤੇ ਇਹ ਯਕੀਨ ਦਿਵਾਇਆ ਜਾਵੇ ਕਿ ਧੀਆਂ ਸਭ ਦੀਆਂ ਸਾਂਝੀਆਂ ਹਨ। ਇਸ ਅਮਾਨਤ ਨੂੰ ਸਾਂਭ ਕੇ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਧੀਆਂ ਨੂੰ ਜਨਮ ਲੈਣ ਦਾ ਹੱਕ ਦਿੱਤਾ ਜਾਵੇ। ਜੇ ਇਹ ਚਮਤਕਾਰ ਹੋ ਗਿਆ ਤਾਂ ਪੰਜਾਬੀ ਰਹਿੰਦੀ ਦੁਨੀਆ ਤੱਕ ਹੱਸਦੇ ਵਸਦੇ ਰਹਿਣਗੇ, ਨਹੀਂ ਤਾਂ ਰੱਬ ਰੱਖ। ਮੈਂ ਇਹ ਲੇਖ ਜਾਣ ਕੇ ਸਿੱਖਾਂ ਉੱਤੇ ਕੇਂਦਰਿਤ ਕੀਤਾ ਹੈ ਕਿਉਂਕਿ ਦੁਨੀਆ ਭਰ ਵਿੱਚ ਸਿੱਖਾਂ ਨੂੰ ਭਰੂਣ ਹੱਤਿਆ ਕਰਨ ਵਿੱਚ ਪਹਿਲੇ ਨੰਬਰ ਦੇ ਦੋਸ਼ੀ ਮੰਨਿਆ ਜਾ ਚੁੱਕਿਆ ਹੈ, ਭਾਵੇਂ ਉਹ ਪੰਜਾਬ ਵਿੱਚ ਵਸ ਰਹੇ ਹੋਣ, ਭਾਵੇਂ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਵਿੱਚ। ਇਸੇ ਕੌਮ ਬਾਰੇ ਕਿਹਾ ਜਾਂਦਾ ਹੈ, ਲੜਨਾ ਕੌਮ ਖਾਤਰ, ਮਰਨਾ ਕੌਮ ਖਾਤਰ। ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ਉਹ ਕੌਮ ਮਰਜੀਵੜੇ ਕਰੇ ਪੈਦਾ, ਜਿਸ ਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ। ਹਵਾਲਾ ਪੁਸਤਕ ਭਰੂਣ ਹੱਤਿਆ ਇੱਕ ਸਰਾਪ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।